ਸਤਿਨਾਮ ਸ੍ਰੀ ਵਾਹਿਗੁਰੂ। ਕੀਆ ਖੇਲ ਬਡ ਮੇਲ ਤਮਾਸਾ, ਵਾਹਿਗੁਰੂ ਤੇਰੀ ਸਭ ਰਚਨਾ। ਤੋ ਜਲ ਥਲ ਪਿਆਲ ਪੂਰ ਰਹਿਆ, ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ। ਮਨ ਹੈ ਬ੍ਰਹਮਾਦਿਕ ਰੁਦਰਾਦਿਕ, ਕਾਲ ਕਾ ਕਾਲ ਨਿਰੰਜਨ ਜਚਨਾ। ਗੁਰ ਪ੍ਰਸਾਦ ਪਾਈਐ ਪਰਮਾਰਥ, ਸਤ ਸੰਗਤ ਸੇਤੀ ਮਨ ਖਚਨਾ। ਕੀਆ ਖੇਲ ਵੱਡ ਮੇਲ ਤਮਾਸਾ, ਵਾਹਿਗੁਰੂ ਤੇਰੀ ਸਭ ਰਚਨਾ। ਗੁਰੂ ਪਿਆਰੀ ਸਾਧ ਸੰਗਤ ਜੀਓ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਬੈਠ ਕੇ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦਾ ਅਵਤਾਰ ਗੁਰਪੁਰਬ ਮਨਾਉਂਦੇ ਹੋਏ ਆਪਣੀਆਂ ਹਾਜ਼ਰੀਆਂ ਭਰ ਰਹੇ ਹੋ। ਅਕਾਲੀ ਬਾਣੀ, ਇਲਾਹੀ ਬਾਣੀ ਦਾ ਕੀਰਤਨ ਬੜਾ ਸੁੰਦਰ ਭੈਣਾਂ ਦੇ ਪਾਸੋਂ, ਬੱਚਿਆਂ ਦੇ ਪਾਸੋਂ ਸਰਵਣ ਕੀਤਾ ਹੈ। ਔਰ ਹੁਣ ਸਮਾਂ ਥੋੜ੍ਹਾ ਹੋਣ ਕਰਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਆਪ ਸਾਰੀਆਂ ਜੁੜ ਬੈਠੀਆਂ ਸੰਗਤਾਂ ਦੇ ਨਾਲ ਅੱਠਵੇਂ ਗੁਰੂ ਨਾਨਕ ਦੇਵ ਪਾਤਸ਼ਾਹ ਉਹਨਾਂ ਦੇ ਸੰਬੰਧ ਵਿੱਚ ਆਪ ਜੀ ਦੇ ਨਾਲ ਮੈਂ ਵਿਚਾਰ ਕਰ ਸਕਾਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰਨ। ਬਾਲਾ ਪ੍ਰੀਤਮ ਜਿਹੜੇ ਆਪਣੀ ਛਟੀ ਧਰ ਕੇ ਗੂੰਗਿਆਂ ਤੋਂ ਵੀ ਗੀਤਾ ਦੇ ਅਰਥ ਕਰਵਾ ਲੈਂਦੇ ਨੇ, ਆਪ ਸਾਰੀ ਸੰਗਤ ਰਲ ਮਿਲ ਕੇ ਸੁਰਤੀ ਬਿਰਤੀ ਨੂੰ ਇਕਾਗਰ ਕਰਕੇ ਬੈਠੋ, ਕਿਉਂਕਿ ਗੁਰਪੁਰਬ ਮਨਾਉਣਾ ਕਿਹਨੂੰ ਕਹਿੰਦੇ ਹਨ? ਗੁਰਪੁਰਬ ਮਨਾਉਣ ਦਾ ਮੀਨਿੰਗ ਹੈ, ਅਰਥ ਹੈ ਆਪਣੇ ਗੁਰੂ ਨੂੰ ਯਾਦ ਕਰਨਾ, ਉਹਦੇ ਗੁਣ ਯਾਦ ਕਰਨੇ, ਉਹਦੇ ਪਾਏ ਹੋਏ ਪੂਰਨਿਆਂ ਨੂੰ ਸਰਵਣ ਕਰਨਾ ਤੇ ਉਹਦੇ ਤੇ ਚੱਲਣਾ। ਇਸ ਕਰਕੇ ਇਹ ਗੁਰਪੁਰਬ ਮਨਾਉਣੇ ਨੇ। ਅਖੰਡ ਗੁਰਬਾਣੀ ਦਾ ਕੀਰਤਨ ਕਰਨਾ, ਗੁਰਮਤਿ ਦੀ ਵਿਚਾਰ ਕਰਨੀ ਜਾਂ ਸਰਵਣ ਕਰਨੀ। ਸੋ ਸਮਾਂ ਥੋੜ੍ਹਾ ਹੈ। ਹੁਣੇ ਭੈਣ ਜੀ ਨੇ ਸ਼ਬਦ ਪੜ੍ਹਿਆ ਸੀ ਕਿ ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾਏ, ਉਹ ਅਬਿਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਏ। ਇਹ ਸ਼ਬਦ ਵਿੱਚ ਇੱਕ ਤੁਕ ਆਈ ਹੈ। ਇਸ ਤੁਕ ਦੇ ਅਰਥ ਆਪ ਜੀ ਨੂੰ ਪਤਾ ਹੀ ਹੈ ਵੀ ਸਤਿਗੁਰੂ ਜੀ ਮੇਰੇ ਸਦਾ ਹੀ ਰਹਿੰਦੇ ਨੇ, ਉਹ ਕਿਤੇ ਆਉਂਦੇ ਨਹੀਂ ਤੇ ਕਿਤੇ ਜਾਂਦੇ ਨਹੀਂ ਹੈਗੇ। ਇੱਕ ਰੂਪ ਹੋ ਕੇ ਉਹ ਸਾਰੇ ਜ਼ਰੇ ਜਰੇ ਵਿੱਚ ਬਿਰਾਜਮਾਨ ਨੇ। ਚੋਰਾਂ ਵਿੱਚ, ਠੱਗਾਂ ਵਿੱਚ, ਬੇਈਮਾਨਾਂ ਵਿੱਚ, ਸੰਤਾਂ 'ਚ, ਗੁਰਮੁਖਾਂ 'ਚ, ਵੱਡੇ ਛੋਟੇ ਸਾਰਿਆਂ ਦੇ ਵਿੱਚ ਪਰਮਾਤਮਾ ਵਸਦਾ ਹੈ। ਪਰ ਉਹ ਵਸਦੇ ਹੋਏ ਪਰਮਾਤਮਾ ਨੂੰ ਜਿਹੜਾ ਜਾਣ ਲੈਂਦਾ ਉਹ ਗੁਰਮੁਖ ਹੈ, ਤੇ ਜਿਹੜਾ ਨਹੀਂ ਜਾਣਦਾ ਉਹਦਾ ਨਾਮ ਮਨਮੁਖ ਹੈ। ਜਿਹੜਾ ਜਾਣਨ ਦੀ ਕੋਸ਼ਿਸ਼ ਕਰਦਾ ਉਹ ਜਗਿਆਸੂ ਹੈ। ਸੈਟਿੰਗ ਕਰ ਬਈ। ਜਿਹੜਾ ਜਾਣਨ ਦੀ ਕੋਸ਼ਿਸ਼ ਕਰਦਾ ਉਹ ਜਗਿਆਸੂ ਹੈ। ਜਿਹੜਾ ਜਾਣ ਗਿਆ ਉਹ ਗੁਰਮੁਖ ਬਣ ਗਿਆ। ਜਿਹੜਾ ਹਜੇ ਜਾਣ ਰਿਹਾ ਹੈ
ਉਹ ਵਿਦਿਆਰਥੀ ਹੈ, ਸਟੂਡੈਂਟ ਹੈ, ਜਗਿਆਸੂ ਹੈ, ਜਗਿਆਸਣ ਹੈ, ਸਿੱਖ ਹੈ, ਸਿੱਖਣੀ ਹੈ। ਜਿਹੜਾ ਹਜੇ ਤੁਰਿਆ ਹੀ ਨਹੀਂ ਹੈਗਾ, ਉਹ ਹਜੇ ਉਹਨੂੰ ਅਸੀਂ ਕਹਿੰਦੇ ਹਾਂ ਉਹ ਮਨਮੁਖ ਹੈ। ਜਿਹੜਾ ਜਾਣ ਗਿਆ ਉਹਦੇ ਅੰਦਰ ਪ੍ਰਗਟ ਹੋ ਗਿਆ, ਉਹ ਜਿਹੜਾ ਜਾਣ ਗਿਆ ਉਹਦੇ ਅੰਦਰ ਪ੍ਰਗਟ ਹੋ ਗਿਆ, ਉਹਨੂੰ ਦਿਖਦਾ ਹੈ, ਉਹ ਸਦਾ ਹੀ ਸੁਖੀ ਹੈ। ਉਹ ਆਪ ਵੀ ਸੁਖੀ ਹੈ, ਉਹ ਹੋਰਨਾਂ ਨੂੰ ਵੀ ਸੁਖ ਦਿੰਦਾ ਹੈ। ਜਿਹੜਾ ਜਾਣਨ ਦੀ ਕੋਸ਼ਿਸ਼ ਕਰ ਰਿਹਾ ਹੈ, ਉਹ ਸੰਘਰਸ਼ ਕਰ ਰਿਹਾ ਹੈ, ਉਹ ਨਾਮ ਜਪ ਰਿਹਾ ਹੈ, ਸੇਵਾ ਕਰ ਰਿਹਾ ਹੈ। ਤੇ ਜਿਹੜਾ ਸਾਧ ਸੰਗਤ ਜੀ ਹਜੇ ਨਹੀਂ ਤੁਰਿਆ, ਉਹ ਦੁਖੀ ਹੈ। ਕੋਈ ਬੰਦਾ ਪ੍ਰਕਾਸ਼ ਵਿੱਚ ਪਹੁੰਚ ਗਿਆ, ਸੁਖੀ ਹੋ ਗਿਆ। ਜਿਹੜਾ ਹਜੇ ਨਹੀਂ ਪਹੁੰਚਿਆ, ਹਨੇਰੇ ਵਿੱਚ ਦੁਖੀ ਹੈ ਨਾ। ਇਸ ਤਰ੍ਹਾਂ ਦੇ ਜਿਹੜੇ ਲੋਕ ਹਨ, ਉਹ ਕਰੋੜਾਂ ਲੋਕ ਨੇ। ਪੜ੍ਹੇ ਲਿਖੇ ਬਹੁਤ, ਪੜ੍ਹ ਕੇ ਜਿਹੜੇ ਸਮਝ ਗਏ ਪੜ੍ਹਾਈ ਨੂੰ, ਉਹ ਬਹੁਤ ਥੋੜੇ ਨੇ। ਜਿਹੜੇ ਸਾਧ ਸੰਗਤ ਜੀ ਜਾਗ ਪਏ ਨੇ ਪੜ੍ਹ ਕੇ, ਸਿਮਰਨ ਕਰਕੇ, ਬੰਦਗੀ ਕਰਕੇ, ਜਿਹੜੇ ਨੇਤਰ ਜਿਨ੍ਹਾਂ ਦੇ ਦਿਵ ਹੋ ਗਏ, ਜਿਨ੍ਹਾਂ ਵਿੱਚ ਗੁਰੂ ਦੀ ਜੋਤ ਪ੍ਰਗਟ ਹੋ ਗਈ, ਜਿਹੜੇ ਉਸ ਆਨੰਦ ਵਿੱਚ ਲਵਲੀਨ ਹੋ ਗਏ, ਉਹ ਸਾਧ ਸੰਗਤ ਜੀ ਗੁਰਮੁਖ ਬਣ ਕੇ ਉਹ ਸੁਖੀ ਹੋ ਗਏ। ਤੇ ਜਿਹੜੇ ਹਜੇ ਨਹੀਂ ਜਾਗੇ, ਹਜੇ ਨਹੀਂ ਪਤਾ, ਫਿਰ ਉਹਨਾਂ ਨੂੰ ਜਗਾਉਣ ਵਾਸਤੇ, ਜਿਵੇਂ ਵੀ ਇੱਥੇ ਵੀ ਵਿੱਦਿਆ ਦਾ ਪ੍ਰਚਾਰ ਦੀ ਘਾਟ ਹੈ, ਇੱਥੇ ਮਾਸਟਰ ਭੇਜੋ, ਉੱਥੇ ਫਿਰ ਉਹਨਾਂ ਨੂੰ ਸਿਖਾਉਣ ਵਾਸਤੇ ਟੀਚਰ ਭੇਜੇ ਜਾਂਦੇ ਨੇ ਵੀ ਇਹ ਵੀ ਜਾਗਣ। ਤੇ ਸਤਿਗੁਰੂ ਅਕਾਲ ਪੁਰਖ ਉਹਦੇ ਸਾਰੇ ਹੀ ਇਹ ਪੁੱਤਰ ਹਨ। ਇਹ ਸਾਰਾ ਸੰਸਾਰ ਉਹਦਾ ਬਣਾਇਆ ਹੋਇਆ ਹੈ। ਇਸ ਕਰਕੇ ਉਸ ਨੇ ਆਪਣੀ ਜੋਤ ਆਪ ਗੁਰੂ ਨਾਨਕ ਰੂਪ ਹੋ ਕੇ ਪ੍ਰਗਟ ਹੋ ਕੇ ਆਏ, ਔਰ ਉਹਨਾਂ ਦੀ ਜੋਤ 10 ਸਰੂਪਾਂ ਵਿੱਚ ਵਰਤੀ। ਉਹਨਾਂ 10 ਸਰੂਪਾਂ ਦੇ ਵਿੱਚ 8ਵੇਂ ਸਰੂਪ 5 ਸਾਲ ਦੀ ਆਰਜਾ ਵਾਲੇ ਹੋਏ ਨੇ। 5 ਸਾਲ ਦੀ ਉਮਰ ਦੁਨੀਆ ਦੇ ਇਤਿਹਾਸ ਵਿੱਚ, ਸਾਰੇ ਸੰਸਾਰ ਦੇ ਵਿੱਚ ਗੁਰੂ ਨਾਨਕ ਘਰ ਦੇ ਪਹਿਲਾ ਅਜੂਬਾ ਹੈ ਕਿ 5 ਸਾਲ ਦਾ ਬੱਚਾ ਇੱਕ ਗੁਰੂ ਬਣ ਗਿਆ। 5 ਸਾਲ ਦਾ ਬੱਚਾ ਗੁਰੂ ਨਹੀਂ ਬਣ ਸਕਦਾ, ਇਹ ਦੁਨੀਆ ਕਹਿੰਦੀ ਆ, ਸੰਸਾਰ ਕਹਿੰਦਾ। ਤੇ ਮੈਂ ਗੱਲ ਕਹਿ ਦਿਆਂ ਬੜੇ ਦੁਖੀ ਹਿਰਦੇ ਦੇ ਨਾਲ ਕਿ ਅੱਜ ਵੀ ਬੰਦੇ ਤਰਕ ਕਰੀ ਜਾਂਦੇ ਨੇ ਕਿ 5 ਸਾਲ ਦਾ ਬੱਚਾ ਵੀ ਗੁਰੂ ਬਣ ਸਕਦਾ। ਕਿਤੇ 5 ਸਾਲ ਦਾ ਬੱਚਾ ਵੀ ਐਡੇ ਵੱਡੇ ਪੰਥ ਦੀ ਅਗਵਾਈ ਕਰ ਸਕਦਾ। ਕਿਤੇ ਅੱਜ ਵੀ ਕਈ ਲੋਕ ਜਿਹੜੇ ਮੰਦ ਬੁੱਧੀ ਹੈ, ਤਾਂ ਉਹ ਬਹੁਤ ਦਿਮਾਗ ਬੁੱਧੀ ਵਾਲੇ ਨੇ, ਅਸੀਂ ਕਹਿੰਦੇ ਬਹੁਤ ਪੜ੍ਹੇ ਲਿਖੇ ਨੇ, ਪਰ ਉਹ ਆਪਣੀ ਸੋਚ ਦੇ ਨਾਲ ਨਾ ਪਰਮਾਤਮਾ ਦੀ ਸੋਚ ਨੂੰ ਮਿਲਾਉਣ ਦੀ ਕੋਸ਼ਿਸ਼ ਕਰਦੇ ਨੇ। ਪਰ ਕਿੱਥੇ ਮਿਲੇਗੀ? ਨਹੀਂ ਮਿਲਦੀ ਹੈਗੀ। ਵਾਹਿਗੁਰੂ ਪਰਮੇਸ਼ਰ ਜੀ ਨੇ ਕੀਆ ਖੇਲ ਵੱਡ ਮੇਲ ਤਮਾਸਾ, ਐਡਾ ਖੇਲ ਐਡਾ ਤਮਾਸਾ ਮੇਰੇ ਮਾਲਕ ਨੇ ਕੀਤਾ। ਆਪਣੀ ਜੋਤ ਇੱਕ 5 ਸਾਲ ਦੇ ਬੱਚੇ ਦੇ ਹਿਰਦੇ 'ਚ ਟਿਕਾ ਦਿੱਤੀ ਤੇ ਉਹਨੇ ਅਗਵਾਈ ਕੀਤੀ, ਬੜੀ ਕਮਾਲ ਦੀ ਕੀਤੀ। ਐਸੇ ਐਸੇ ਡਿਸੀਜਨ ਲਏ 5 ਸਾਲ ਦੇ ਬਾਲਕ ਨੇ। ਸੈਂਟਰ ਗੌਰਮੈਂਟ ਔਰੰਗਜ਼ੇਬ ਜੀ ਤੋਂ ਵੱਡੇ ਵੱਡੇ ਡਰਦੇ ਸੀ ਤੇ ਉਹਨਾਂ ਦੇ ਚੈਲੰਜ ਨੂੰ ਨਾਕਾਮ ਕਰ ਦਿੱਤਾ। ਐਸੇ ਸਤਿਗੁਰੂ ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ, ਜਿਨ੍ਹਾਂ ਦਾ ਪ੍ਰਕਾਸ਼ ਆਪ ਸੰਗਤ ਮਨਾ ਰਹੀ ਹੋ ਕੀਰਤਪੁਰ ਦੇ ਵਿੱਚ, 7ਵੇਂ ਪਾਤਸ਼ਾਹ ਗੁਰੂ ਹਰ ਰਾਏ ਜੀ ਦੇ ਗ੍ਰਹਿ ਵਿਖੇ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖ ਤੋਂ ਹੋਇਆ ਹੈ। ਮੈਂ ਬੇਨਤੀ ਕਰਾਂ, ਸ਼ਾਇਦ ਇਹ ਘਾਟ ਸੀ। 5 ਸਾਲ ਦਾ ਬਾਲਕ, ਭਗਤ ਤਾਂ ਹੋਏ ਨੇ 5 ਸਾਲ ਦੇ। 5 ਬਾਰਖ ਕੋ ਅਨਾਥ ਧਰੂ ਬਾਲਕ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ 5 ਸਾਲ ਦਾ ਬੱਚਾ ਸੀ ਧਰੂ, ਜਿਹਨੇ ਜਾ ਕੇ ਭਗਤੀ ਕਰਕੇ ਪ੍ਰਮਾਤਮਾ ਦੇ ਦਰਸ਼ਨ ਕੀਤੇ ਤੇ ਲੋਕ ਪਰਲੋਕ ਦਾ ਰਾਜ ਉਹਨੂੰ ਪ੍ਰਾਪਤ ਹੋਇਆ। 36,000 ਵਰੇ ਦਾ ਰਾਜ ਉਹਨੇ ਧਰਤੀ ਤੇ ਕੀਤਾ। ਸਤਿਯੁਗ ਦੀ ਕਥਾ ਹੈ, ਸਤਿਯੁਗ ਦੇ ਵਿੱਚ 1 ਲੱਖ ਸਾਲ ਦੀ ਉਮਰ ਹੁੰਦੀ ਸੀ। ਪੜ੍ਹੋ ਭਾਈ ਗੁਰਦਾਸ ਨੂੰ, ਲੱਖ ਵਰਿਆਂ ਦੀ ਆਰਜਾ। ਸਤਿਯੁਗ ਦੇ ਵਿੱਚ 1 ਲੱਖ ਸਾਲ ਦੀ ਉਮਰ ਸੀ। 35,000 ਸਾਲ ਧਰੂ ਨੇ ਰਾਜ ਕੀਤਾ। 5 ਸਾਲ ਦੀ ਉਮਰ ਵਿੱਚ ਭਗਤ ਬਣ ਗਿਆ। ਪ੍ਰਹਿਲਾਦ ਭਗਤ, ਉਹ ਵੀ 5 ਸਾਲ ਦਾ ਸੀ, ਉਹ ਵੀ ਭਗਤ ਬਣ ਗਿਆ।
ਤੇ ਸਾਧ ਸੰਗਤ ਜੀ ਆਪ ਜੀ ਨੂੰ ਵਿਦਤ ਹੋਵੇ, ਸ਼ਹੀਦ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ 7 ਸਾਲ ਤੇ 9 ਸਾਲ ਬਾਲਕ ਅਵਸਥਾ ਵਿੱਚ ਉਹ ਸ਼ਹੀਦਾਂ ਦੀ ਐੜ ਵਿੱਚ ਆ ਗਏ ਨੇ। ਪਰ ਗੁਰੂ ਦੀ ਜਿਹੜੀ ਗੱਲ ਹੈ, ਗੁਰੂ ਉਹ ਜੋਤ 8ਵੇਂ ਪਾਤਸ਼ਾਹ ਜੀ ਦੀ ਹਿਰਦੇ ਵਿੱਚ ਟਿਕੀ ਆ ਕਰਕੇ। ਮੈਂ ਵੀ ਬੇਨਤੀ ਕਰਦੇ ਹਾਂ, ਗੁਰੂ ਸਾਹਿਬਾਨਾਂ ਦੇ ਸਾਹਿਬਜ਼ਾਦਿਆਂ ਵਿੱਚ ਬਚਪਨ ਤੋਂ ਹੀ ਕਰਾਮਾਤਾਂ ਹੁੰਦੀਆਂ ਸਨ। ਦਰਬਾਰ ਸਾਹਿਬ ਜਦੋਂ ਆਪਾਂ ਜਾਂਦੇ ਆ ਨਾ, ਮੱਥਾ ਟੇਕਦੇ ਆ, ਤਾਂ ਉੱਥੇ ਧੰਨ ਧੰਨ ਬਾਬਾ ਅਟਲ ਰਾਏ ਜੀ, ਜਿਨ੍ਹਾਂ ਨੇ ਬਾਲਕ ਅਵਸਥਾ ਦੇ ਵਿੱਚ ਹੀ ਕਿੱਡੀ ਕੁ ਸ਼ਕਤੀ ਹੋਊਗੀ ਕਿ ਮੋਹਨ ਨੂੰ ਜਿਉਂਦਾ ਕਰ ਦਿੱਤਾ ਸੀ। ਗੁਰੂ ਜੀ ਦੇ ਸਾਹਿਬਜ਼ਾਦੇ ਸਨ। ਪਰ ਸ੍ਰੀ ਗੁਰੂ ਹਰਿ ਰਾਏ ਮਹਾਰਾਜ ਜੀ, ਉਹਨਾਂ ਨੇ 5 ਸਾਲ ਦੇ ਬਾਲਕ ਦੇ ਸਰੀਰ ਵਿੱਚ ਆਪਣੀ ਜੋਤ ਟਿਕਾ ਦਿੱਤੀ। ਦੱਸ ਦਿੱਤਾ ਹੈ ਕਿ ਉਮਰ ਦਾ ਕੋਈ ਤਗਾਜ਼ਾ ਨਹੀਂ ਹੈ। ਨਾਲੇ ਊਂ ਵੀ ਸਿਆਣਪ ਕਿਤੇ ਉਮਰ ਨਾਲ ਥੋੜ੍ਹੀ ਆਉਂਦੀ ਹੁੰਦੀ ਹੈ। ਇਹ ਭੁੱਲ ਜਾਓ ਗੱਲ ਵੀ ਬੰਦਾ ਕਿਤੇ ਵੱਡਾ ਹੁੰਦਾ ਤੇ ਸਿਆਣਾ ਬਣਦਾ, ਬਹੁਤ ਪੜ੍ਹ ਲਿਖ ਕੇ ਸਿਆਣਾ ਬਣਦਾ। ਇਹ ਸਿਆਣਪ ਵੀ ਇੱਕ ਕੁਦਰਤੀ ਹੁੰਦੀ ਹੈ। ਚਲੋ ਗੁਰੂ ਹਰਿ ਰਾਏ ਮਹਾਰਾਜ ਜੀ ਦਾ ਡਿਸੀਜਨ ਤਾਂ, ਗੁਰੂ ਹਰਕ੍ਰਿਸ਼ਨ ਮਹਾਰਾਜ, ਉਹ ਤਾਂ ਪਤਾ ਸੀ ਵੀ ਇਹਨਾਂ ਨੇ ਜੋਤ ਲੈਣ, ਇਹਨਾਂ ਦੇ ਇਹ ਸਰੀਰ 8ਵੇਂ ਪਾਤਸ਼ਾਹ ਜੀ ਦਾ ਜੋਤ ਵਾਸਤੇ ਹੀ ਆਇਆ ਹੋਇਆ। ਪਰ ਸੰਸਾਰ ਤੌਰ ਤੇ ਵੀ ਅਸੀਂ ਵੇਖੀਏ ਨਾ, ਸੰਸਾਰ ਤੌਰ ਤੇ ਸਿਆਣਪ ਕਿਸੇ ਉਮਰ ਦਾ ਤਗਾਜ਼ਾ ਨਹੀਂ ਹੈਗੀ। ਸਿਆਣਪ ਕਿਸੇ ਪੜ੍ਹਾਈ ਲਿਖਾਈ ਦਾ ਵੀ ਤਗਾਜ਼ਾ ਨਹੀਂ ਹੈਗੀ। ਕਈ ਵਾਰ ਹੁਣ ਤੁਸੀਂ ਵੇਖਦੇ ਹੀ ਹੋ, ਕਈ ਵਾਰ ਪੜ੍ਹੇ ਲਿਖੇ ਬੰਦੇ ਨਾ ਐਸੀ ਬੇਵਕੂਫਾਂ ਵਾਲੀ ਗੱਲ ਕਰ ਦਿੰਦੇ ਨੇ, ਕਹਿੰਦੇ ਉਹ ਤਾਂ ਅਨਪੜ੍ਹ ਨੇ ਚੰਗਾ ਵਿਚਾਰ ਦੇ ਦਿੱਤਾ ਸੀ। ਇਸ ਪੜ੍ਹੇ ਲਿਖੇ ਨਾਲ ਉਹ ਤਾਂ ਅਨਪੜ੍ਹ ਨੇ ਸੋਹਣੀ ਗੱਲ ਦੱਸ ਦਿੱਤੀ ਸੀ। ਕਈ ਵਾਰ ਐਸਾ ਹੁੰਦਾ ਹੈ। ਕਈ ਵਾਰ ਬੰਦੇ ਦੀ ਉਮਰ ਤਾਂ ਬਜ਼ੁਰਗਾਂ ਵਾਲੀ ਹੁੰਦੀ ਆ, ਪਰ ਸੋਚ ਬਜ਼ੁਰਗਾਂ ਵਾਲੀ ਨਹੀਂ ਹੁੰਦੀ, ਗਿਆਨ ਬਜ਼ੁਰਗਾਂ ਵਾਲਾ ਨਹੀਂ ਹੁੰਦਾ। ਕਈ ਵਾਰ ਉਮਰ ਤਾਂ ਬਜ਼ੁਰਗਾਂ ਵਾਲੀ ਨਹੀਂ, ਬਚਪਨ ਹੈ, ਪਰ ਗਿਆਨ ਬਹੁਤ ਵੱਡਾ ਬਜ਼ੁਰਗਾਂ ਵਾਲਾ ਹੈ, ਸੋਚ ਬਹੁਤ ਵੱਡੀ ਹੈ। ਇਸ ਤਰ੍ਹਾਂ ਦੀਆਂ ਬਹੁਤ ਸਟੋਰੀਆਂ ਹਨ, ਬਹੁਤ ਕਹਾਣੀਆਂ ਹਨ। ਮੈਨੂੰ ਗੱਲ ਯਾਦ ਆ ਗਈ, ਸੇਖ ਚਿੱਲੀ ਹੋਇਆ, ਉਹ ਬੜਾ ਦਿਲ 'ਚ ਖਿਆਲ ਆਇਆ, ਕਹਿੰਦਾ ਵੀ ਯਾਤਰਾ ਕਰਕੇ ਆਈਏ। ਇੱਕ ਗਧਾ ਲੈ ਲਿਆ ਉਹਨੇ ਨਾਲ ਸਮਾਨ ਧਰਨ ਵਾਸਤੇ, ਗਧੇ ਤੇ ਸਮਾਨ ਧਰ ਲਿਆ, ਨਾਲੇ ਕੁੱਕੜ ਲੈ ਲਿਆ, ਕਿਉਂਕਿ ਕੁੱਕੜ ਅੱਗੇ ਠਾਲਦੇ ਹੁੰਦੇ ਸੀ ਵਾਂਗ ਦੇ ਕੇ। ਇੱਕ ਕੁੱਕੜ ਨਾਲ ਲੈ ਲਿਆ ਉਹਨੇ, ਤੇ ਇੱਕ ਆਪ ਚੱਲ ਪਿਆ। ਕਹਿੰਦੇ ਉਹਦੇ ਪੈਸੇ ਮੁੱਕ ਗਏ, ਕੁਛ ਐਸੀ ਗੱਲ ਆ ਗਈ, 1 ਟਕਾ ਰਹਿ ਗਿਆ। 1 ਟਕਾ, ਉਹ ਭੁੱਖਾ ਹੈ ਸਵੇਰ ਦਾ, ਸੋਚੀ ਪੈ ਗਿਆ 1 ਟਕੇ ਦਾ ਮੈਂ ਕੀ ਕਰਾਂ। 1 ਟਕਾ ਜੇ ਮੈਂ ਖਾਣਾ ਟਕੇ ਦਾ ਕੁਛ ਲੈ ਕਰਕੇ, ਤੇ ਮੇਰਾ ਗਧਾ ਭੁੱਖਾ ਰਹੂਗਾ, ਮੇਰਾ ਕੁੱਕੜ ਭੁੱਖਾ ਰਹੂਗਾ। ਜੇ ਟਕੇ ਦੇ ਨਾਲ ਮੈਂ ਗਧੇ ਦਾ ਚਾਰਾ ਪਾਉਣਾ ਹਾਂ ਤਾਂ ਮੈਂ ਭੁੱਖਾ ਰਹੂੰਗਾ, ਕੁੱਕੜ ਭੁੱਖਾ ਰਹੂਗਾ। ਜੇ ਕੁੱਕੜ ਨੂੰ ਦਾਣੇ ਪਾਉਣਾ ਹੈ ਤਾਂ ਮੈਂ ਭੁੱਖਾ, ਗਧਾ ਭੁੱਖਾ। 1 ਪੈਸੇ ਦਾ ਕਿਹਨੂੰ ਖਿਲਾਵਾਂ, ਬੜਾ ਸੋਚੀ ਪੈ ਗਿਆ। ਅੱਜ ਦਾ ਹੀ ਦਿਨ ਹੈ, ਭੁੱਖੇ ਰਹਾਂਗੇ 3, ਗਧੇ ਤੋਂ ਵੀ ਨਹੀਂ ਚੱਲਿਆ ਜਾ ਰਿਹਾ, ਕੁੱਕੜ ਵੀ ਘਮਰਾ ਗਿਆ ਹੈ। ਬੜਾ ਸੋਚੀ ਪਿਆ। ਕਹਿੰਦੇ ਇੱਕ ਬੱਚਾ ਕਿਤੇ ਖੜਾ ਸੀ, ਉਹਨੇ ਸਮਝ ਲਿਆ ਵੀ ਇਹ ਕੋਈ ਮੁਸਾਫਰ ਹੈ, ਸ਼ਾਇਦ ਇਹਨੂੰ ਕੋਈ ਟੈਨਸ਼ਨ ਹੈ। ਸਾਧ ਸੰਗਤ ਜੀ, ਮੁਸਾਫਰ ਦੀ ਕਈ ਵਾਰ ਨਾ ਅਸੀਂ ਸਮਝਦੇ ਹਾਂ ਕੋਈ ਬੰਦਾ ਬਾਹਰੋਂ ਟੂਰਿਸਟ ਆਉਂਦਾ, ਕੋਈ ਮੁਸਾਫਰ ਆਉਂਦਾ, ਗੱਲ ਕੁਛ ਨਹੀਂ ਹੁੰਦੀ, ਉਹਦੀ ਪ੍ਰੋਬਲਮ ਹੱਲ ਕਰਨ ਦਾ ਬਹੁਤ ਪੁੰਨ ਲੱਗ ਜਾਂਦਾ। ਵੀ ਆਹ ਬੱਸ ਦੱਸ ਕਿੱਥੇ ਜਾਣੀ ਹੈ, ਮੈਂ ਬਾਹਰੋਂ ਆਇਆ। ਇਹ ਗੱਲ ਤਾਂ ਮਾੜੀ ਜਿਹੀ ਹੁੰਦੀ ਹੈ, ਪਰ ਅਸੀਂ ਪੁੰਨ ਖੱਟ ਨਹੀਂ ਸਕਦੇ ਹੈਗੇ। ਉਸ ਬੱਚੇ ਨੇ ਸੋਚਿਆ ਕੋਈ ਵਿਦੇਸੀ ਹੈ, ਕੋਈ ਨੂੰ ਹੈ, ਮੈਂ ਕੋਈ ਹੈਲਪ ਕਰ ਦਿਆਂ। ਬਾਬਾ ਕੀ ਗੱਲ ਉਦਾਸ ਹੈ? ਵਿਦੇਸ਼ ਦੇ ਵਿੱਚ ਸਾਹ ਜਿਵੇਂ ਡੁੱਬਦੇ ਨੂੰ ਤਿਨਕੇ ਦਾ ਸਹਾਰਾ ਹੁੰਦਾ ਨਾ, ਤਿਨਕੇ ਦਾ ਵੀ ਸਹਾਰਾ। ਉਹਨੇ ਬੱਚੇ ਨੂੰ ਸੱਚੀ ਗੱਲ ਨਿਕਲ ਗਈ, ਕਹਿੰਦਾ ਬੱਚਾ ਕੀ ਕਰਾਂ, 1 ਟਕਾ ਹੈ, ਅੱਜ ਦਿਹਾੜੀ ਸਵੇਰ ਦਾ ਮੈਂ ਵੀ ਭੁੱਖਾ, ਰਾਤ ਅੱਗੇ ਆ ਰਹੀ ਹੈ, ਕੱਲ੍ਹ ਤਾਂ ਅਸੀਂ ਪਹੁੰਚ ਜਾਣਾ ਟਿਕਾਣੇ ਤੇ। 1 ਟਕੇ ਕਰਕੇ ਜੇ ਮੈਂ ਖਾਣਾ, ਮੇਰਾ ਗਧਾ ਭੁੱਖਾ ਹੈ, ਕੁੱਕੜ ਭੁੱਖਾ ਹੈ, ਗਧੇ ਨੂੰ ਚਾਰਾ ਦੰਨਾ ਲਿਆ ਕੇ ਤੇ ਮੈਂ ਭੁੱਖਾ ਰਹਿਣਾ, ਇਹ ਵੀ ਰਹਿਣਾ। ਉਹ ਕਹਿੰਦੇ ਇਹਦੇ ਵਿੱਚ ਸੋਚਣ ਦੀ ਕੀ ਗੱਲ ਹੈ? ਤੁਸੀਂ ਐਡੇ ਵੱਡੇ ਸਿਆਣੇ ਹੋ ਕੇ ਤੁਸੀਂ ਬੱਚਿਆਂ ਵਾਲੀ ਗੱਲ ਕਰ ਰਹੇ ਹੋ। ਤੁਸੀਂ ਇੱਕ ਖਰਬੂਜਾ ਲੈ ਲਓ, ਮਤੀਰਾ ਲੈ ਲਓ ਨਾ,
ਮਤੀਰੇ ਦੇ ਦਾਣੇ ਕੱਢ ਕੇ ਕੁੱਕੜ ਨੂੰ ਪਾ ਦੇ, ਉਹ ਵਿਚਲਾ ਆਪ ਖਾ ਲੇ, ਉਹਦੀ ਜਿਹੜੀ ਛਿੱਲ ਹੈ ਉਹ ਗਧੇ ਨੂੰ ਖਿਲਾ ਦੇ। ਉਹ ਧਾਰਤੀ ਦੇ ਸਿਰ ਲਾਤਾ, ਕਹਿੰਦਾ ਐਡੀ ਇੱਕ ਬੱਚੇ ਦੇ ਐਡੀ ਬੜੀ ਸੋਚ ਦੇ ਦਿੱਤੀ। ਮੈਂ ਸਵੇਰ ਦਾ ਸੋਚੀ ਪਿਆ ਇੱਕ ਪੈਸੇ ਦੇ ਨਾਲ ਮੈਂ ਖਾਵਾਂ, ਗਧਾ ਖਾਵੇ ਕਿ ਆਹ ਕੁੱਕੜ ਖਾਵੇ। ਉਹਨੇ ਇੱਕ ਪੈਸੇ ਵੀ ਤੁਸੀਂ ਹਦਵਾਣਾ ਲੈ ਲਓ, ਹਦਵਾਣਾ ਜਾਣਦੇ ਹੋ ਬਾਰਡਰ ਮੁਲਕ ਕੀ ਕਹਿੰਦੇ ਨੇ ਉਹਨੂੰ, ਉਹ ਕਹਿੰਦਾ ਲੈ ਕੇ ਜਿਹੜਾ ਉਹਦਾ ਵਿਚਲਾ ਹੈ ਉਹ ਤੁਸੀਂ ਖਾ ਲਿਓ, ਤੁਹਾਡਾ ਕੰਮ ਹੋ ਜਾਊਗਾ। ਵਿੱਚ ਦਾਣੇ ਨਿਕਲਣਗੇ, ਬੀ ਉਹ ਕੱਢ ਕੇ ਕੁੱਕੜ ਨੂੰ ਖਵਾ ਦੇ, ਉਹ ਰੱਜ ਜਾਊਗਾ। ਜਿਹੜੀ ਉੱਪਰਲੀ ਉਹਦੀ ਛਿੱਲੜ ਹੈ ਉਹ ਗਧੇ ਨੂੰ ਪਾ ਦੇ, ਉਹਦਾ ਕੰਮ ਚੱਲ ਜਾਊਗਾ। ਤਿੰਨੇ ਹੋ ਗਏ। ਅਕਲ ਬੜੀ ਹੈ ਨਾ, ਗਿਆਨ ਹੈ ਨਾ। ਸੁਕਰਾਤ ਹੋਇਆ ਬਹੁਤ ਵੱਡਾ ਵਿਦਵਾਨ, ਯੂਨਾਨ ਦਾ ਹੋਇਆ, ਬੜਾ ਮਨੋਵਿਗਿਆਨੀ ਸੀ, ਪਰਮਾਤਮਾ ਬਾਰੇ ਸੋਚਦਾ ਹੈ। ਕਹਿੰਦਾ ਰੱਬ ਬਹੁਤ ਵੱਡਾ ਹੈ, ਮੇਰੀ ਬੁੱਧੀ ਬਹੁਤ ਛੋਟੀ ਹੈ। ਉਸ ਵਾਹਿਗੁਰੂ ਪਰਮੇਸ਼ਰ ਉਹ ਮੇਰੇ ਸਰੀਰ 'ਚ ਕਿਵੇਂ ਸਮਾਵੇ ਆ ਗਿਆ? ਮੈਂ ਕਿੰਨਾ ਕੁ ਭਾਂਡਾ ਵੱਡਾ ਕਰਾਂ ਕਿ ਉਹ ਵਾਹਿਗੁਰੂ ਪਰਮੇਸ਼ਰ ਸਮੁੰਦਰ ਵਰਗਾ ਮੇਰੇ ਵਿੱਚ ਸਮਾਵੇ। ਅਧਿਆਤਮਕ ਸੋਚ ਹੈ, ਮਨ ਦੀ ਸੋਚ ਹੈ, ਆਤਮਾ ਪਰਮਾਤਮਾ ਵਿੱਚ ਮੇਲਣ ਮਿਲਾਉਣ ਦੀ ਸੋਚ ਹੈ। ਸੋਚੀ ਜਾਂਦਾ ਹੈ, ਸੋਚੀ ਜਾਂਦਾ ਹੈ। ਮਸਕੀਨ ਜੀ ਨੇ ਵੀ ਇਹ ਕਥਾ ਮੈਂ ਸੁਣੀ ਸੀ ਜਦੋਂ ਹਜੂਰ ਸਾਹਿਬ ਆਏ ਸੀ, ਉਦੋਂ ਮੈਂ ਬਚਪਨ ਸੀ, ਉਦੋਂ ਮੇਰੇ ਦਿਮਾਗ 'ਚ ਹੁਣ ਗੱਲ ਯਾਦ ਆ ਗਈ। ਇਹ ਕਹਿੰਦੇ ਵੀ ਸੁਕਰਾਤ ਸਮੁੰਦਰ ਦੇ ਕਿਨਾਰੇ ਸਮੁੰਦਰ ਨੂੰ ਸੋਚੀ ਦੇਖੀ ਜਾਂਦਾ, ਸੋਚੀ ਜਾਂਦਾ ਕਾ ਐਡਾ ਹੀ ਵੱਡਾ ਹੋਊ ਪ੍ਰਮਾਤਮਾ ਸਮੁੰਦਰ ਵਰਗਾ। ਤੇ ਉਹ ਸਾਧ ਸੰਗਤ ਜੀ ਇੱਕ ਬੱਚਾ ਆਇਆ, ਉਹਨੇ ਕਿਹਾ ਮਹਾਤਮਾ ਜੀ ਕੀ ਸੋਚ ਰਹੇ ਹੋ? ਕਹਿੰਦਾ ਮੈਂ ਕੀ ਸੋਚਣਾ, ਦੇਖ ਸਮੁੰਦਰ ਕਿੱਡਾ ਵੱਡਾ ਹੈ, ਇਤਨਾ ਹੀ ਪ੍ਰਮਾਤਮਾ ਹੋਊਗਾ। ਮੇਰਾ ਸਰੀਰ, ਮੇਰਾ ਦਾਇਰਾ ਛੋਟਾ ਹੈ, ਮੇਰੇ 'ਚ ਪ੍ਰਮਾਤਮਾ ਕਿਵੇਂ ਆਵੇ? ਉਹ ਬੱਚਾ ਕਹਿਣ ਲੱਗਾ ਜੀ, ਹੱਥ ਵਿੱਚ ਉਹਦੇ ਕੁੱਜੀ ਸੀ ਇੱਕ ਛੋਟੀ ਜੀ। ਕਹਿੰਦੇ ਜੀ ਕੁੱਜੀ ਨਾ ਤੁਸੀਂ ਮੇਰੇ ਸਮੁੰਦਰ 'ਚ ਪਾ ਦਿਓ, ਮੈਂ ਤੁਹਾਡਾ ਉੱਤਰ ਦੇ ਦਿਆਂਗਾ। ਉਹ ਕਹਿਣ ਲੱਗਾ ਬੱਚਾ ਕੀ ਤੂੰ ਬੱਚਿਆਂ ਵਾਲੀ ਗੱਲ ਕਰ ਦਿੱਤੀ ਹੈ, ਕੁੱਜੀ 'ਚ ਕਿਤੇ ਸਮੁੰਦਰ ਪੈ ਸਕਦਾ ਹੈ? ਬੱਚਾ ਸੋਚੀ ਪੈ ਗਿਆ, ਪੈ ਕਹਿੰਦਾ ਮਿੰਟ ਮਗਰ ਕੁੱਜੀ ਜਿਹੜੀ ਹੈ ਭਗਾ ਕੇ ਸਮੁੰਦਰ 'ਚ ਮਾਰੀ। ਉਹ ਕਹਿਣ ਲੱਗਾ, ਸਾਰਾ ਬੱਚਾ ਨਾਰਾਜ਼ ਹੋ ਗਿਆ, ਕਹਿੰਦਾ ਤੂੰ ਕੁੱਜੀ ਕਿਉਂ ਸੁੱਟ ਦਿੱਤੀ? ਕਹਿੰਦੇ ਇਹ ਸੁਕਰਾਤ ਮਹਾਪੁਰਸ਼ ਕੀ ਹੋ ਗਿਆ ਜੇ ਸਮੁੰਦਰ ਮੇਰਾ ਕੁੱਜੀ 'ਚ ਨਹੀਂ ਨਾ ਪੈ ਸਕਦਾ? ਕੁੱਜੀ ਤਾਂ ਸਮੁੰਦਰ 'ਚ ਜਾ ਕੇ ਪੈ ਸਕਦੀ ਹੈ ਨਾ। ਕੀ ਹੋ ਗਿਆ ਪਰਮਾਤਮਾ ਤੇਰੇ ਅੰਦਰ ਪ੍ਰਗਟ ਨਹੀਂ, ਤੇਰੇ ਅੰਦਰ ਨਹੀਂ ਆ ਸਕਦਾ, ਤੂੰ ਤਾਂ ਪਰਮਾਤਮਾ ਦਾ ਇੱਕ ਹਿੱਸਾ ਬਣ ਸਕਦਾ, ਤੂੰ ਤਾਂ ਪਰਮਾਤਮਾ ਦਾ ਇੱਕ ਮੈਂਬਰ ਬਣ ਸਕਦਾ, ਤੂੰ ਤਾਂ ਗੁਰਮੁਖ ਬਣ ਸਕਦਾ, ਤੂੰ ਤਾਂ ਆਪਣਾ ਜੋੜ ਲਾ ਸਕਦਾ ਪਰਮਾਤਮਾ ਦੇ ਨਾਲ। ਕਹਿਣ ਤੋਂ ਭਾਵ ਬਜ਼ੁਰਗੀ ਜਿਹੜੀ ਹੈ ਸਿਆਣਪ ਵਿੱਚ ਹੁੰਦੀ ਹੈ। ਉਹ ਸਿਆਣਾ ਕਿਸੇ ਚਿੱਟੀ ਦਾੜੀ ਹੋਣ ਨਾਲ ਬੰਦਾ ਸਿਆਣਾ ਨਹੀਂ ਹੋ ਜਾਂਦਾ, ਬਹੁਤ ਪੜ੍ਹਨ ਲਿਖਣ ਦੇ ਨਾਲ ਵੀ ਸਿਆਣਾ ਨਹੀਂ ਹੋ ਸਕਦਾ। ਇੱਕ ਸਿਆਣਪ ਹੈ, ਉਹ ਵਾਹਿਗੁਰੂ ਪਰਮੇਸ਼ਰ ਦੀ ਦਾਤ ਹੈ। ਅੱਜ ਕੱਲ੍ਹ ਦੇ ਬੱਚੇ ਕਿੰਨੇ ਸਿਆਣੇ ਨੇ, ਕਿੰਨੇ ਹੀ ਪੜ੍ਹੇ ਲਿਖੇ, ਕਿੰਨੇ ਹੀ ਉਹਨਾਂ ਦੀ ਗੱਲਾਂ ਅਸੀਂ ਹਿਲਾ ਕੇ ਰੱਖਦੇ ਦਿਮਾਗ। ਕਈ ਵਾਰ ਬੱਚੇ ਨਾ ਜਦੋਂ ਬੱਚੇ ਨੂੰ ਪੜ੍ਹਾਈ ਦੀ ਹੈ, ਸੰਥਿਆ ਕਰਾਈ ਦੀ ਹੈ, ਕਈ ਬੱਚੇ ਇਸ ਤਰ੍ਹਾਂ ਦੇ ਸਵਾਲ ਕਰਦੇ ਨੇ, ਖੁਸ਼ ਵੀ ਹੁੰਦਾ ਮਨ ਕਿ ਇਹਨਾਂ ਦੀ ਬਹੁਤ ਵੱਡੀ ਸੋਚ ਪਰਮਾਤਮਾ ਦਿੱਤੀ ਹੋਈ ਹੈ। ਪਰ ਇੱਕ ਬਾਲਕ ਇੰਨਾ ਸਮਝਦਾਰ, ਇੱਕ ਸਿਆਣਾ ਇੰਨਾ ਸਮਝਦਾਰ ਨਹੀਂ ਹੁੰਦਾ, ਸੰਸਾਰੀ ਬੰਦਾ। ਸੋ ਮੈਂ ਗੱਲ ਮੁਕਾਵਾਂ, ਸਮਾਂ ਤਾਂ ਪੂਰਾ ਹੋ ਗਿਆ ਸਾਧ ਸੰਗਤ ਜੀ। ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ 5 ਸਾਲ ਦੀ ਆਰਜਦਾ ਦੇ ਵਿੱਚ 7ਵੇਂ ਪਾਤਸ਼ਾਹ ਗੁਰੂ ਹਰਿ ਰਾਏ ਮਹਾਰਾਜ ਜੀ ਨੇ ਸੋਚ ਕੇ ਪਰਖ ਕੇ ਆਪਣੀ ਜੋਤ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਹਿਰਦੇ ਟਿਕਾ ਦਿੱਤੀ। ਫਿਰ ਗੁਰੂ ਹਰਿ ਰਾਏ ਮਹਾਰਾਜ ਜੀ ਨੇ ਜਿਹੜੇ ਜਿਹੜੇ ਕਾਰਜ ਕੀਤੇ ਨੇ, ਜਿਹੜੇ ਜਿਹੜੇ ਡਿਸੀਜਨ ਲਏ ਨੇ, ਬੜੇ ਮਹੱਤਵਪੂਰਨ ਹਨ। ਉਹਨਾਂ ਦਾ ਹਿਰਦਾ ਇੰਨਾ ਬਹੁਤ ਜ਼ਿਆਦਾ ਦਿਆਲੂ ਕਿਰਪਾਲੂ ਸੀ, ਬਸ ਜਿਹਨੂੰ ਵੇਖਦੇ ਸਨ। ਕਈਆਂ ਦੇ ਸਰੀਰ ਵੀ ਇਸ ਤਰ੍ਹਾਂ ਦੇ ਹੁੰਦੇ ਨੇ, ਕਈਆਂ ਦੇ ਚਿਹਰੇ ਵੀ ਐਸੇ ਹੁੰਦੇ ਨੇ। ਉਂਝ ਤਾਂ ਜਿਹੜਾ ਸਾਧ ਸੰਗਤ ਪ੍ਰਮਾਤਮਾ ਨਾਲ ਮਿਲ ਜਾਂਦਾ ਨਾ ਸਰੀਰ, ਉਹਦੇ ਦਰਸ਼ਨ ਕਰਨ ਦੇ ਨਾਲ, ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਗੁਰਮੁਖ ਮਿਲਿਆ ਪਾਪ ਪਨਿਠਾ। ਕੋਈ ਐਸਾ ਗੁਰਮੁਖ ਜਿਹੜਾ ਰੋਜ਼ ਨਿਤਨੇਮ ਕਰਕੇ ਰੋਜ਼ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦਾ, ਉਹਦੇ ਕਿਤੇ ਦਰਸ਼ਨ ਕਰ ਲਏ ਜਾਣ ਨਾ
ਤਾਂ ਪਾਪ ਭੱਜ ਜਾਂਦਾ ਹੈ। ਗੁਰਮੁਖ ਮਿਲਿਆ ਪਾਪ ਪਨੇਠਾ। ਤੇ ਦੁੱਖ ਆਉਂਦਾ ਕਿੱਥੋਂ ਹੈ? ਦੁੱਖ ਪਾਪਾਂ ਤੋਂ ਹੀ ਆਉਂਦਾ ਨਾ। ਜਿੰਨੇ ਅਸੀਂ ਦੁੱਖ ਨੇ ਭੋਗ ਰਹੇ ਹਾਂ, ਸੁੱਖ ਭੋਗ ਰਹੇ ਹਾਂ, ਅਸੀਂ ਆਪਣੇ ਕੀਤੇ ਇਹ ਪਾਪਾਂ ਪੁੰਨਾਂ ਕਰਕੇ ਹੀ ਆ। ਦੁੱਖ ਸੁੱਖ ਪੂਰਬ ਜਨਮ ਕੇ ਕੀਏ, ਕੀਤੇ ਹੋਏ ਪਾਪਾਂ ਦਾ ਫਲ ਦੁੱਖ ਭੋਗ ਰਹੇ ਆ, ਕੀਤੇ ਹੋਏ ਪੁੰਨਾਂ ਦਾ ਫਲ ਸੁੱਖ ਭੋਗ ਰਹੇ ਆ। ਕਈ ਐਸੇ ਹੁੰਦੇ ਨੇ ਜਿਹਨਾਂ ਨੂੰ ਮਿਲ ਕੇ ਸਾਹ ਸੰਦੀ ਪਾਪ ਯਾਦ ਆ ਜਾਂਦਾ। ਕਈ ਐਸੇ ਵੀ ਸਰੀਰ ਨੇ ਜਿਹਨਾਂ ਨੂੰ ਮਿਲ ਕੇ ਪਾਪ ਯਾਦ ਆ ਜਾਓ, ਜਿੱਥੇ ਜਾਂਦੇ ਨੇ ਪਾਪ ਹੀ ਕਰਦੇ ਨੇ। ਕਈ ਐਸੇ ਗੁਰਮੁਖ ਨੇ ਜਿੱਥੇ ਜਾਂਦੇ ਨੇ ਉਹ ਸ਼ਾਂਤੀ, ਪ੍ਰਮਾਤਮਾ ਦੀ ਸਿਫਤ ਸਲਾਹ। ਸੋਚ ਲਓ ਤੁਹਾਡੇ ਘਰੇ ਕੋਈ ਐਸਾ ਬੰਦਾ ਆ ਗਿਆ ਮਨਮੁਖ, ਉਹਨੇ ਇਕੱਲੇ ਨੇ ਆ ਕੇ ਪੂਰੇ ਪਰਿਵਾਰ ਨੂੰ ਸੂਲੀ ਦੇ ਟੰਗ ਦੇਣਾ। ਭਾਈ ਸਾਹਿਬ ਜੀ ਪ੍ਰਸ਼ਾਦਾ ਛਕ ਲਓ। ਕਹਿੰਦਾ ਹਜੇ ਛਕਣ ਦਾ ਟਾਈਮ ਥੋੜਾ ਹੈਗਾ, ਪਹਿਲਾਂ ਬੋਤਲ ਮੰਗਾਓ ਫਿਰ ਖਾਊਂ ਰੋਟੀ। ਫਿਰ ਉਹ ਬੋਤਲ ਪੀ ਕੇ ਸਾਰੀ ਰਾਤ ਨਾ ਸੁੱਤਾ, ਨਾ ਪਰਿਵਾਰ ਨੂੰ ਸੌਣ ਦਿੱਤਾ। ਇਹੋ ਜਿਹੇ ਮਨਮੁਖ ਨੂੰ ਮਿਲ ਕਰਕੇ ਸਾਸ ਨਹੀਂ ਭਾਵ ਹੀ ਜਾਂਦਾ, ਸਾਰਾ ਟੱਬਰ ਪਰੇਸ਼ਾਨ ਹੋ ਗਿਆ। ਇੱਕ ਗੁਰਮੁਖ ਆ ਗਿਆ ਘਰੇ, ਉਹਨੇ ਆਉਂਦਿਆਂ ਸਾਰ ਪ੍ਰਸ਼ਾਦਾ ਛਕੋ। ਕਹਿੰਦਾ ਨਾ ਭਾਈ ਹਜੇ ਤਾਂ ਇਸ਼ਨਾਨ, ਮੈਂ ਰਹਿਰਾਸ ਸਾਹਿਬ ਦਾ ਪਾਠ ਕਰਨਾ ਹੈ। ਉਹਨੇ ਪਾਠ ਕੀਤਾ, ਸਾਰੇ ਟੱਬਰ ਨੇ ਸੁਣਿਆ। ਫਿਰ ਉਹਨੇ ਕਿਹਾ ਵੀ ਹੁਣ ਪ੍ਰਸ਼ਾਦਾ ਛਕਾਓ। ਫਿਰ ਉਹਨੇ ਪੜ੍ਹਨ ਲੱਗਿਆ ਅਰਦਾਸ ਕੀਤੀ, ਅਰਦਾਸ ਕਰਕੇ ਭੋਜਨ ਛਕਿਆ, ਫਿਰ ਅਰਦਾਸ ਕੀਤੀ। ਸਾਰਾ ਪਰਿਵਾਰ ਤੇ ਅਸਰ ਪੈ ਗਿਆ, ਸਾਰੇ ਟਾਈਮ ਸਿਰ ਸੌਂ ਗਏ। ਸਵੇਰੇ ਜਦੋਂ ਗੁਰਮੁਖ ਉੱਠ ਗਿਆ ਸਾਰੇ ਉੱਠ ਖੜੇ, ਉੱਠ ਕੇ ਇਸ਼ਨਾਨ ਕੀਤਾ, ਸਾਰਿਆਂ ਨੇ ਕੀਤਾ। ਇਹੋ ਜਿਹੇ ਗੁਰਮੁਖ ਇਹ ਤਾਂ ਹੀ ਤਾਂ ਕਿਹਾ ਆਵੈ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆ। ਵਾਹਿਗੁਰੂ ਜੀ ਦੇ ਗੁਰਲੇਖਾਂ ਨੂੰ ਮਿਲਦਿਆਂ, ਭਗਤਾਂ ਨੂੰ ਮਿਲਿਆ ਸੋ ਸਾਧ ਸੰਗਤ ਦੀ ਪੁੰਨ ਯਾਦ ਆਉਂਦੇ ਨੇ। ਮੈਂ ਬੇਨਤੀ ਕਰ ਰਿਹਾ ਸੀ, ਗੁਰ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਉਹ ਤਾਂ ਮਾਲਕ ਸਨ। ਬੰਦੇ ਦਾ ਜਿਹੜਾ ਅੰਦਰਲੀ ਚੀਜ਼ ਹੁੰਦੀ ਆ ਉਹ ਚਿਹਰੇ ਤੇ ਜ਼ਰੂਰ ਆਉਂਦੀ ਆ। ਕੋਈ ਕਿੰਨਾ ਵੀ ਛਪਾਵੇ, ਬੋਲਤਾ ਬੰਦ ਕਰ ਦਿੰਦਾ ਵੀ ਮੈਂ ਅੱਜ ਨਹੀਂ ਬੋਲਣਾ, ਪਰ ਨੈਣ ਨਕਸ਼ ਚਿਹਰੇ ਦੇ ਹਾਵ ਭਾਵ ਉਹ ਨਹੀਂ ਦੱਸ, ਉਹ ਦੱਸ ਦਿੰਦੇ ਨੇ ਵੀ ਅੰਦਰ ਕੀ ਹੈ। ਉਹੀ ਬੰਦੇ ਦੇ ਅੱਗੇ ਅਸਰ ਪੈਂਦਾ ਹੈ, ਦੇਖਣ ਵਾਲੇ ਸੁਣਨ ਵਾਲੇ ਦੇ ਅੰਦਰ। ਇਹ ਵੀ ਤੁਸੀਂ ਤਾਂ ਸਮਝਦਾਰ ਹੋ। ਤੁਸੀਂ ਕਿਸੇ ਨੂੰ ਪਿਆਰ ਦੇ ਨਾਲ ਨਾ ਚਾਹੇ ਗਾਲ ਵੀ ਕੱਢ ਦਿੱਤੀ, ਉਹਦੇ ਅੰਦਰੋਂ ਸਮਝ ਜਾਂਦਾ, ਉਹ ਕਹਿੰਦਾ ਨਹੀਂ ਇਹਨੇ ਮੈਨੂੰ ਪਿਆਰ ਨਾਲ ਕਿਹਾ, ਮੇਰੀ ਗਲਤੀ ਹੈ, ਮੈਨੂੰ ਰੌਂਗ, ਮੈਨੂੰ ਇਹਨੇ ਪਿਆਰ ਨਾਲ ਇਹਨੇ ਡਾਂਟ ਮਾਰੀ ਹੈ, ਗੁੱਸਾ ਹੀ ਨਹੀਂ ਆਇਆ, ਅੰਦਰ ਪਿਆਰ ਸੀ ਨਾ। ਹੁਣ ਅੰਦਰ ਨਫ਼ਰਤ ਹੈ, ਉੱਪਰੋਂ ਚਾਹੇ ਜੀ 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 ਕਹਿੰਦਾ ਨਹੀਂ ਇਹ ਉੱਪਰੋਂ ਜੀ ਜੀ ਕਰਦਾ, ਮੈਂ ਇਹਦੇ ਅੰਦਰੋਂ ਮੈਨੂੰ ਲੱਗ ਗਿਆ ਨਾ। ਇਸ ਤਰ੍ਹਾਂ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਪ੍ਰਮਾਤਮਾ ਦੀ 8ਵੀਂ ਜੋਤ ਅੰਦਰ ਪਿਆਰ ਭਰਿਆ ਹੋਇਆ ਹੈ। ਦੁਖੀ ਦੇਖਿਆ ਨਹੀਂ ਹੈਗਾ, ਰੋਗੀ ਦੇਖਿਆ ਨਹੀਂ ਹੈਗਾ, ਜਿਹਦੇ ਪਿਆਰ ਨਾਲ, ਜਿਵੇਂ ਮਾਂ ਪੁੱਤ ਨੂੰ ਕਿਤੇ ਮਾੜਾ ਜਿਹਾ ਪਤਾ ਲੱਗ ਜਾਵੇ ਮਾਂ ਨੂੰ ਕਿ ਪੁੱਤ ਬਿਮਾਰ ਆ, ਅੱਜ ਪੁੱਤ ਤਾਂ ਭਾਵੇਂ ਸੌਂ ਜਾਵੇ, ਮਾਂ ਨਹੀਂ ਸੌਂਦੀ ਹੈਗੀ। ਉਹ ਹੱਥ ਲਾ ਲਾ ਕੇ ਵੇਖਦੀ ਹੈ, ਨੀਂਦ ਸੁੱਤਾ, ਕੁਛ ਉਹ ਤਾਂ ਨਹੀਂ ਹੋਇਆ। ਮਾਂ ਵਰਗਾ ਹਿਰਦਾ ਪਰਮਾਤਮਾ ਦਾ ਹੈ। ਪਰਮਾਤਮਾ ਪਿਤਾ ਹੈ, ਉੱਥੇ ਮਾਤਾ ਹੈ। ਮਾਤਾ ਦਾ ਸਰੂਪ ਹੋ ਕੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਸਰੂਪ ਜਿਹਨੂੰ ਵੇਖਦੇ ਨੇ ਸਾਧ ਸੰਗਤ ਜੀ, ਬਾ ਵਹਿੰਦਿਆਂ ਸਾਰ ਹੀ ਆਪ ਦੁੱਖ ਦੂਰ ਕਰ ਦਿੰਦੇ ਨੇ, ਆਪ ਹੀ ਦੁੱਖ ਦੂਰ ਹੋ ਜਾਂਦੇ ਨੇ। ਕਿ ਫਿਰ ਕਾਬਲੀਅਤ ਐਸੀ ਸਾਧ ਸੰਗਤ ਜੀ, ਬਹੁਤ ਸਾਖੀਆਂ ਨੇ। ਉਂਝ ਤਾਂ ਗੁਰ ਪ੍ਰਤਾਪ ਸੂਰਜ ਪ੍ਰਕਾਸ਼ ਵਿੱਚ ਥੋੜਾ ਹੀ ਇਤਿਹਾਸ ਹੈ, ਪੰਥ ਪ੍ਰਕਾਸ਼ ਵਿੱਚ ਵੀ, ਪਰ ਪ੍ਰੇਮ ਕਈ ਗ੍ਰੰਥ ਸਾਡੇ ਹੋਰ ਨੇ ਜਿਹਨਾਂ ਵਿੱਚ ਬੜੀਆਂ ਸਾਖੀਆਂ ਗੁਰੂ ਮਹਾਰਾਜ ਦੇ ਇਤਿਹਾਸ ਦੀਆਂ ਹੈਗੀਆਂ ਨੇ, ਬਹੁਤ ਨੇ। ਪਰ ਹੁਣ ਮੇਰੇ ਕੋਲ ਸਮਾਂ ਮੁੱਕ ਚੁੱਕਿਆ ਹੈ, ਇਸ ਕਰਕੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਸੰਬੰਧ ਵਿੱਚ ਆਪ ਜੀ ਨਾਲ ਹੋਰ ਸਾਂਝ ਪਾਉਂਦਾ, ਇਸ ਕਰਕੇ ਮੈਂ ਮਾਫੀ ਚਾਹੁੰਦਾ ਹਾਂ। ਦਿੱਤੇ ਹੋਏ ਸਮੇਂ ਵਿੱਚ ਰਹਿਣਾ ਹੀ ਫਰਜ਼ ਬਣਦਾ ਹੈ। ਸੋ ਆਓ ਇੱਥੇ ਸਮੇਂ ਦਾ ਸਮਾਪਤੀ ਕਰਾਂ। ਆਪ ਸਾਰੀ ਸੰਗਤ ਅਸੀਸ ਬਖਸ਼ੋ। ਮੈਂ ਅਰਦਾਸ ਬੇਨਤੀ ਕਰਾਂ ਕਿ ਗੁਰੂ ਹਰਿਕ੍ਰਿਸ਼ਨ ਮਹਾਰਾਜ ਜਿਨ੍ਹਾਂ ਦਾ ਤੁਸੀਂ ਗੁਰਪੁਰਬ ਮਨਾ ਰਹੇ ਹੋ, ਮਹਾਰਾਜ ਤੁਹਾਡੇ ਦੁੱਖ ਦੂਰ ਕਰਨ, ਨਾਮ ਦੀ ਦਾਤ, ਬਾਣੀ ਦਾਤ ਦੇਣ। ਤੇ ਸਾਧ ਸੰਗਤ ਹੈ ਇਹ ਭਾਈ ਗੁਰਦਾਸ ਜੀ ਕਹਿੰਦੇ, ਹਾਂ ਕੁਰਬਾਨੀ ਤਿਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ। ਜਦੋਂ ਅਸੀਂ ਸਤਿਗੁਰੂ ਜੀ ਨੂੰ, ਗੁਰੂ ਹਰਿਕ੍ਰਿਸ਼ਨ ਜੀ ਨੂੰ ਯਾਦ ਕਰਦੇ ਆ ਨਾ, ਪਰ ਇਹ ਗੱਲ ਹੈ ਸਹੀ ਮਾਇਨੇ ਵਿੱਚ ਧਿਆਉਣਾ ਪੈਂਦਾ, ਸਹੀ ਮਾਇਨੇ ਵਿੱਚ। ਦੇਖਾ ਦੇਖੀ ਨਹੀਂ, ਲਾਲਚ ਵਸ ਨਹੀਂ, ਆਪਣੀ ਫੇਮਸਤਾ ਵਾਸਤੇ ਨਹੀਂ, ਸਹੀ ਮਾਇਨੇ ਦੇ ਵਿੱਚ ਗੁਰੂ ਹਰਿਕ੍ਰਿਸ਼ਨ ਨੂੰ ਧਿਆਈਏ। ਅੱਜ ਵੀ ਦੁੱਖ ਦੂਰ ਹੁੰਦੇ ਨੇ, ਕਿਉਂਕਿ ਬਹੁਤ ਜ਼ਿਆਦਾ ਦਿਆਲੂ ਨੇ ਬਾਲਾ ਪ੍ਰੀਤਮ ਜੀ।
ਬਹੁਤ ਜ਼ਿਆਦਾ ਹੀ। ਸੋ ਆਓ ਇੱਥੇ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।